8x8 ਦੀ ਦੁਕਾਨ 'ਚ ਮੈਂ ਢਾਬਾ ਚਲਾਉਂਗਾ ਜਾਂ ਭਾਂਡੇ ਧੋਊਂਗਾ? ਮੈਨੂੰ ਇੱਕ ਗੱਲ ਦੱਸੋ। ਜਦੋਂ ਤੁਸੀਂ ਫੂਡ ਲਾਇਸੈਂਸ ਦਿੱਤਾ ਉਦੋਂ ਮਨਾ ਕਰ ਦਿੰਦੇ ਵੀ ਫੂਡ ਲਾਇਸੈਂਸ ਨਹੀਂ ਦੇਣਾ ਜੀ, ਤੁਹਾਡੀ 8x8 ਦੀ ਦੁਕਾਨ ਹੈ। ਰੇਟ 'ਚ ਇਸ ਮਾਰਕੀਟ 'ਚ 4 ਢਾਬੇ ਹੋਰ ਨੇ, ਸਭ ਦੇ ਟੇਬਲ ਕੁਰਸੀਆਂ ਬਾਹਰ ਨੇ, ਸਿਰਫ ਮੇਰੇ ਤੇ ਨਿਸ਼ਾਨਾ ਉਹਨਾਂ ਨੇ ਸਾਧਿਆ। ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਸਾਨੂੰ ਸਪੋਰਟ ਦੀ ਲੋੜ ਹੈ। ਤੂੰ 20 ਰੁਪਏ ਦੀ ਪਾਣੀ ਦੀ ਬੋਤਲ ਖਰੀਦ ਲੈ, ਮੈਂ ਉਹ ਸਪੋਰਟ ਸਮਝਾਂਗਾ, ਪਰ ਮੈਂ ਪੈਸੇ ਨਹੀਂ ਲੈਣੇ। ਇਹ ਸਿੱਧਾ ਜਿਹੜਾ ਕੰਮ ਹੈ ਨਾ ਮੇਅਰ ਰਵੀਕਾਂਤ ਸ਼ਰਮਾ ਦਾ ਕੀਤਾ ਹੈ, ਕਿਉਂਕਿ ਇਲਾਕੇ ਦਾ ਕੌਂਸਲਰ ਵੀ ਹੈ। 1000 ਬੰਦਿਆਂ ਦੀ ਗੱਡੀਆਂ ਦਾ ਕਾਫਲਾ ਲੈ ਕੇ ਇੱਥੋਂ ਹਿਮਾਚਲ ਭਵਨ ਤੋਂ ਨਿਕਲਿਆ ਵਾ, ਉਦੋਂ 144 ਕਿੱਥੇ ਗਈ ਸੀ? ਫਿਰ ਸਾਨੂੰ ਪਹਿਲਾਂ ਹੀ ਪਤਾ ਸੀ, ਕਨਫਰਮ ਸੀ ਵੀ ਅੰਦਰ RSS ਦੇ ਗੁੰਡੇ ਬੈਠੇ ਨੇ। ਉਹਨਾਂ ਨੂੰ ਪਹਿਲਾਂ ਇਨਫੋਰਮ ਕਰਤਾ ਸੀ ਮਾਰਕੀਟ ਦਾ ਗੇਟ ਕੋਈ ਨਾ ਟੱਪੇ, ਤੋੜ-ਤਾੜ ਉਹ ਕਰਨਗੇ, ਨਾਮ ਸਾਡਾ ਲੱਗ। ਸੋ ਮੇਰੇ ਕੋਲ ਇੱਕ ਅਫਸਰ ਆਉਂਦਾ, ਕਹਿੰਦਾ ਜੀ ਆਪਣਾ ਤੁਹਾਡਾ ਡਸਟਬਿਨ ਕਿੱਥੇ ਆ? ਤੁਸੀਂ ਡਸਟਬਿਨ ਤਾਂ ਦਿਖਾਓ ਕਿੱਥੇ ਹੈ। ਡਸਟਬਿਨ ਭਾਜੀ ਮੈਂ ਕਹਿ ਰਿਹਾ ਕੂੜੇਦਾਨ 'ਚ ਸੁੱਟ ਗਿਆ ਨਾ। ਕੂੜੇਦਾਨ 'ਚ ਸੁੱਟ ਨਹੀਂ ਸਕਦੇ। ਜਿਹੜਾ ਅਫਸਰ ਆਇਆ ਉਹ ਸਾਡੇ ਇਲਾਕੇ ਦਾ ਅਫਸਰ ਹੀ ਨਹੀਂ ਹੈ। ਦੇਖੋ ਸਭ ਤੋਂ ਵੱਡੀ ਗੱਲ, ਉਹ ਆਵੇ ਮੇਰੇ ਤੋਂ ਸਵਾਲ ਜਵਾਬ ਕਰੇ, ਮੈਂ ਉਹਨੂੰ ਜਵਾਬ ਦੇਣਾ। ਔਰ ਸਾਡੇ ਵੀਰਾਂ ਨੇ ਫੇਰ ਪਾਲਣ ਕੀਤਾ, ਸਿਰਫ 4 ਬੰਦੇ ਗਏ ਸੀ। ਕਿਉਂ ਨਹੀਂ ਐਦਾਂ ਮੂੰਹ ਬੰਦ ਕਰ ਵੀ ਇਹ ਨਾਰਾ ਵੀ ਨਾ ਲਾ ਸਕੇ। ਪਹਿਲ ਉੱਥੋਂ ਹੋਈ, ਉਹਨੇ ਸਾਡੀ ਭੈਣ ਨੂੰ ਪਹਿਲਾਂ ਧੱਕਾ ਮਾਰਿਆ। ਇਹ ਸਿਰਫ ਕੁੜੀ ਨੂੰ ਵੇਖ ਕੇ ਹੀ ਅੱਗੇ ਆ ਸਕਦੇ ਨੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਤੁਹਾਨੂੰ ਜਿਹੜਾ ਹੈਗਾ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣਾ, ਜਿਹੜਾ ਬਾਈ ਦਾ ਆਪਾਂ ਕਹੇ 8x8 ਦੀ ਜਿਹੜਾ ਹੈਗਾ ਦੁਕਾਨ ਆ, ਉਹਨੂੰ ਢਾਬੇ ਦੇ ਰੂਪ ਵਿੱਚ ਸਰਦਾਰ ਜੀ ਢਾਬਾ, ਜਿਹੜਾ ਆਪਾਂ ਕਹੇ ਨਾ ਜ਼ਮੀਨ ਆ ਬਾਈ ਕੋਲੇ। ਬਾਈ ਜਿਹੜਾ ਜ਼ਮੀਰ ਦੇ ਆਪਦੀ ਜਾਗਦੀ ਜ਼ਮੀਰ ਹੋਣ ਦਾ ਸਬੂਤ ਦਿੰਦਾ ਤੇ ਚੰਡੀਗੜ੍ਹ ਦੇ ਵਿੱਚ ਆ ਦੇਖੋ ਕਿੰਨਾ ਕੁਝ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਹੋਰ ਵੀ ਕੀ ਆਈਆਂ, ਕਿੰਨੇ ਵਾਰੀ ਚਲਾਨ ਕੱਟਿਆ ਗਿਆ ਕਿਉਂਕਿ ਕਿਸਾਨੀ ਝੰਡੇ ਲਾ ਕੇ ਆਪਦਾ ਜਿਹੜਾ ਕਾਰੋਬਾਰ ਕਰਦੇ ਆ। ਤੇ ਲਗਾਤਾਰ ਜਿਹੜਾ ਹੁਣ ਵੀ ਆਏ ਸੀਗੇ ਭਰਾ ਨੇ, ਹੁਣ ਸਾਰਾ ਜਿਹੜਾ ਹੈਗਾ ਪ੍ਰਸ਼ਾਦਾ ਪਾਣੀ ਛਕਾਇਆ। ਜਿਹੜਾ ਕੋਈ ਕਿਸਾਨੀ ਆਪਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਕੋਈ ਯੋਗਦਾਨ ਦਿੰਦਾ ਤਾਂ ਉਹਨਾਂ ਦੀ ਬਾਈ ਹੱਲਾਸ਼ੇਰੀ ਵੀ ਦਿੰਦੇ ਰਹਿੰਦੇ ਆ। ਬਾਈ ਨਾਲ ਗੱਲਬਾਤ ਕਰਦੇ ਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਆ ਬਾਈ ਆਪਣਾ? ਦਮਨਪ੍ਰੀਤ ਸਿੰਘ। ਦਮਨ ਬਾਈ, ਜਿਹੜਾ ਤੁਸੀਂ ਢਾਬਾ ਚਲਾ ਰਹੇ ਹੋ ਕਿਉਂਕਿ ਫੂਡ ਦਾ ਕੰਮ ਹੈ ਤੇ ਨਾਲ ਨਾਲ ਜਿਹੜਾ ਕਿਸਾਨਾਂ ਨੂੰ ਸਪੋਰਟ ਕਰ ਰਹੇ ਹੋ, ਕੀ ਦਿੱਕਤਾਂ ਆ ਰਹੀਆਂ? ਦਿੱਕਤ ਦੇਖੋ ਜੀ, ਗੱਲ ਇਸ ਤਰ੍ਹਾਂ ਹੈ, ਅੱਜ ਤੋਂ 8 ਮਹੀਨੇ ਪਹਿਲਾਂ ਸਾਡੇ ਜਦੋਂ ਚੰਡੀਗੜ੍ਹ ਦੇ ਵਿੱਚ ਕਿਸਾਨੀ ਸੰਘਰਸ਼ ਲਈ ਲੜਾਈਆਂ ਸ਼ੁਰੂ ਹੋ ਗਈਆਂ ਸੀਗੀਆਂ, ਇਕੱਠੇ ਹੋਣੇ ਸ਼ੁਰੂ ਹੋ ਗਏ ਸੀ, ਅਸੀਂ ਚੌਂਕਾਂ 'ਤੇ ਜਾਂਦੇ ਸੀ ਤਾਂ ਅਸੀਂ ਇੱਥੋਂ ਲੰਗਰ ਲੈ ਕੇ ਜਾਂਦੇ ਹੁੰਦੇ ਸੀਗੇ। ਕਦੀ ਸਮੋਸੇ ਲੈ ਜਾਣੇ, ਕਦੀ ਬ੍ਰੈਡ ਪਕੌੜੇ ਲੈ ਜਾਣੇ, ਕਿਉਂਕਿ ਉੱਥੇ ਸੰਗਤਾਂ ਖੜਦੀਆਂ ਸੀ। ਸੋ ਇੱਕ ਦਿਨ ਇੱਦਾਂ ਦਾ ਸੀ, ਮੈਂ ਤਾਂ ਪਤੀਲਾ ਹੀ ਉੱਥੇ ਰੱਖ ਲਿਆ, ਕੌਫੀ ਬਣਾਓ ਸੰਗਤ ਨੂੰ ਪਿਲਾਓ। ਉਦੋਂ ਸੰਗਤ ਜ਼ਿਆਦਾ ਹੁੰਦੀ ਸੀ, 500 ਬੰਦਾ ਹੁੰਦਾ ਸੀਗਾ। ਬਟ ਉਦੋਂ ਕੀ ਸੀਗਾ, ਲੋਕਾਂ ਨੂੰ ਐ ਸੀ ਯਾਰ ਫੇਸਬੁੱਕ ਤੇ ਫੋਟੋ ਪਾਉਣੀਆਂ, ਜਾਣਾ ਉੱਥੇ। ਉਹ ਫੋਟੋਆਂ ਵਾਲੇ ਹੁਣ ਖਤਮ ਹੋ ਗਏ। ਹੁਣ ਜਾਗਦੀ ਜ਼ਮੀਰਾਂ ਵਾਲੇ ਚੌਂਕਾਂ ਤੇ ਰਹਿ ਗਏ ਨੇ। ਜੇ ਮਟਕਾ ਚੌਂਕ ਤੇ 100 ਆ ਤੇ ਉਧਰਲੀ ਲਾਈਟਾਂ ਤੇ 20 ਆ ਤੇ ਉਧਰਲੀ ਲਾਈਟਾਂ। ਸੋ ਚੰਡੀਗੜ੍ਹ 'ਚ 20 ਥਾਵਾਂ ਤੇ ਅੱਜ ਦੀ ਡੇਟ 'ਚ ਧਰਨੇ ਲੱਗਦੇ ਨੇ। ਸੋ ਸਾਰਿਆਂ ਨਾਲ ਆਪਣਾ ਕੰਟੈਕਟ ਹੈਗਾ, ਸਾਰੇ ਆਪਣੇ ਗਰੁੱਪਾਂ 'ਚ ਐਡ ਨੇ। ਸੋ ਜਦੋਂ ਪਿਛਲੇ ਦਿਨੀ 48 ਦੀ ਮੋਟਰ ਮਾਰਕੀਟ ਇੱਕ ਆਪਾਂ BJP ਲੀਡਰ ਸੰਜੇ ਟੰਡਨ ਤੇ ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ, ਜੋ ਇਸ ਸੈਕਟਰ ਦਾ ਕਾਉਂਸਲਰ ਵੀ ਆ, ਸਾਡੇ ਸੈਕਟਰ ਦਾ ਕਾਉਂਸਲਰ ਵੀ ਆ, ਸੋ ਉਹਦੇ ਖਿਲਾਫ ਅਸੀਂ ਕਾਲੇ ਝੰਡੇ ਦਿਖਾ ਰਹੇ ਸੀ। ਸੋ ਮਾਰਕੀਟ ਜਦੋਂ ਅਸੀਂ ਪਹੁੰਚੇ 48 ਦੀ ਮਾਰਕੀਟ, ਸਾਨੂੰ ਪਹਿਲਾਂ ਹੀ ਪਤਾ ਸੀ, ਕਨਫਰਮ ਸੀ ਵੀ ਅੰਦਰ RSS ਦੇ ਗੁੰਡੇ ਬੈਠੇ ਨੇ। ਅਸੀਂ ਆਪ ਦੀ ਸੰਗਤਾਂ ਨੂੰ, ਆਪ ਦੇ ਪ੍ਰੋਟੈਸਟਰ ਨੂੰ, ਜਿਹੜੇ ਸਾਡੇ ਨਾਲ ਸੰਗਤ ਉੱਥੇ ਪ੍ਰੋਟੈਸਟ ਕਰਨ ਗਈ ਆ, ਕਾਲੇ ਝੰਡੇ ਦਿਖਾਣ ਗਈ ਆ, ਉਹਨਾਂ ਨੂੰ ਪਹਿਲਾਂ ਇਨਫੋਰਮ ਕਰਤਾ ਸੀ ਮਾਰਕੀਟ ਦਾ ਗੇਟ ਕੋਈ ਨਾ ਟੱਪਿਓ, ਤੋੜ-ਤਾੜ ਉਹ ਕਰਨਗੇ, ਨਾਮ ਸਾਡਾ ਲੱਗ ਜਾਏਗਾ। ਸੋ ਅਸੀਂ ਆਪਣੀ ਸੰਗਤ ਤਾਂ ਬਾਹਰ ਰੋਕ ਲਈ, ਪਰ ਉਹਨਾਂ ਨੂੰ ਐ ਸੀ ਵੀ ਹੁਣ ਇਹਨਾਂ ਨੂੰ ਕਿਵੇਂ ਦਬਾਉਣਾ, ਇਹ ਕਿਵੇਂ। ਸੋ ਗੱਡੀ ਤੁਸੀਂ ਅੱਜ ਜਿੰਨੀ ਮਰਜ਼ੀ ਵੀਡੀਓ ਦੇਖ ਲਓ, ਮੈਂ ਸਿੱਧੀ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਵੀਡੀਓ ਦੇ ਆਧਾਰ ਤੇ ਤੁਸੀਂ ਜਿਹੜੇ ਪਰਚੇ ਪਾਣੇ ਉਹ ਕਰੋ। ਗੱਡੀ ਅੰਦਰੋਂ ਟੁੱਟ ਕੇ ਆਈ। ਗੱਡੀ ਜਦੋਂ ਗੇਟ ਚੋਂ ਬਾਹਰ ਨਿਕਲਿਆ ਉਹਦਾ ਪਿਛਲਾ ਸ਼ੀਸ਼ਾ ਉਦੋਂ ਹੀ ਟੁੱਟਾ ਹੋਇਆ ਸੀ। ਔਰ ਬਾਹਰ ਸਾਡੇ ਵਿੱਚ ਜਿਹੜੇ ਪ੍ਰੋਟੈਸਟਰ ਸੀਗੇ, ਕਿਸਾਨ ਵੀਰ ਸੀ ਜਾਂ ਕਿਸਾਨ ਹਤਾਇਸ਼ੀ ਲਾ ਲਓ, ਕਿਉਂਕਿ ਚੰਡੀਗੜ੍ਹ ਨਾ ਪੱਥਰਾਂ ਦਾ ਸ਼ਹਿਰ ਹੈ। ਇੱਥੇ ਜ਼ਮੀਨਾਂ ਕਿਸੇ ਕੋਲ ਨਹੀਂ ਹੈ, ਜ਼ਮੀਰਾਂ ਸਾਰਿਆਂ। ਤਾਂ ਜਿੰਨੇ ਸਾਡੇ ਵੀਰ ਸੀ ਉਹਨਾਂ ਨੇ ਕਿਸੇ ਨੇ ਨਾ ਡੰਡਾ ਮਾਰਿਆ ਨਾ ਪੱਥਰ ਮਾਰੇ। ਸੋ ਹੁੰਦਾ ਕੀ ਹੈ, ਅਸੀਂ ਇਹਨਾਂ ਦੇ 3 BJP ਦੇ ਜਿਹੜੇ ਲੀਡਰ ਨੇ ਜਿਨ੍ਹਾਂ ਦੀ ਫੋਟੋਆਂ ਅਸੀਂ ਆਇਡੈਂਟੀਫਾਈ ਕਰਕੇ ਦਿੱਤੀਆਂ ਹੋਈਆਂ ਨੇ, ਉਹ ਵੀ ਉਸ ਧਰਨੇ 'ਚ ਇਨਵੋਲਵ ਸੀਗੇ। ਤੇ ਲਗਾਤਾਰ ਫਿਰ ਬਾਈ ਜਿਹੜਾ ਹੈਗਾ ਤੁਹਾਡੇ, ਕਿਉਂਕਿ ਤੁਹਾਡੇ ਕੰਮਕਾਰ ਤੇ ਅਸਰ ਪੈਂਦਾ ਇਹ ਚੀਜ਼ ਦਾ, ਫਿਰ ਉੱਥੋਂ ਉਹਨਾਂ ਨੇ ਨੋਟਿਸ ਕੀਤਾ ਵੀ ਕੌਣ ਨਾਲ ਤਰੀਕੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਹਨਾਂ ਨੇ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ। ਸੋ ਮੇਰੇ ਕੋਲ ਇੱਕ ਅਫਸਰ ਆਉਂਦਾ, ਕਹਿੰਦਾ ਜੀ ਆਪਣਾ ਤੁਹਾਡਾ ਡਸਟਬਿਨ ਕਿੱਥੇ ਆ? ਬਿਕੋਜ਼ ਅਸੀਂ ਜਿਹੜੀ ਸਾਡੀ ਮਾਰਕੀਟ ਹੈ ਬਹੁਤ ਛੋਟੀ ਮਾਰਕੀਟ 8x8 ਦੀ, ਸਾਨੂੰ ਡਸਟਬਿਨ ਦੀ ਲੋੜ ਨਹੀਂ ਪੈਂਦੀ। ਜਿੰਨਾ ਕੁ ਥੋੜਾ ਬਹੁਤਾ ਕੂੜਾ ਹੁੰਦਾ ਲਿਫਾਫੇ 'ਚ ਬੰਨ੍ਹ ਕੇ ਨਾਲ ਹੀ ਕੂੜੇਦਾਨ ਹੈ, ਉੱਥੇ ਭੇਜ ਦਿੰਦਾ ਲੜਕਾ, ਛੱਡ ਜਾਂਦਾ। ਮੈਂ ਕਿਹਾ ਕੂੜੇਦਾਨ ਤਾਂ ਮੇਰੇ ਕੋਲ ਹੈ ਹੀ ਨਹੀਂ। ਕਹਿੰਦਾ ਮੈਂਡੇਟਰੀ ਆ। ਜਦੋਂ ਮੈਂ ਫੂਡ ਲਾਇਸੈਂਸ ਲਿਆ, ਫਾਇਰ ਸੇਫਟੀ ਲਿਆ, ਵਾਟਰ ਟੈਸਟਿੰਗ ਲਿਆ, ਸਾਰੇ ਸਰਟੀਫਿਕੇਟ ਮੇਰੇ ਕੋਲ ਅਵੇਲੇਬਲ ਨੇ, ਠੀਕ ਹੈ ਜੀ। ਉਦੋਂ ਤਾਂ ਇਦਾਂ ਦੀਆਂ ਕੋਈਆਂ ਗੱਲਾਂ ਨਹੀਂ ਹੁੰਦੀਆਂ। ਚਲੋ
ਜਿਹੜਾ ਅਫਸਰ ਆਇਆ ਉਹ ਸਾਡੇ ਇਲਾਕੇ ਦਾ ਅਫਸਰ ਹੀ ਨਹੀਂ ਹੈ। ਦੇਖੋ ਸਭ ਤੋਂ ਵੱਡੀ ਗੱਲ, ਸਾਡੇ ਇਲਾਕੇ ਦਾ ਅਫਸਰ ਹੈਗਾ ਸੁਖ ਪ੍ਰਕਾਸ਼। ਉਹ ਆਵੇ ਮੇਰੇ ਤੋਂ ਸਵਾਲ ਜਵਾਬ ਕਰੇ, ਮੈਂ ਉਹਨੂੰ ਜਵਾਬ ਦੇਣਾ। ਫਲਾਣੇ 23 ਸੈਕਟਰ ਦਾ ਅਫਸਰ ਰਮਨ, RSS ਦਾ ਗੁੰਡਾ ਲਾ ਲਓ ਜਾਂ ਉਹਨਾਂ ਦੇ ਪਾਲਿਸ਼ ਕਰਨ ਵਾਲਾ ਲਾ ਲਓ, ਜੋ ਮਰਜ਼ੀ, ਠੀਕ ਹੈ ਜੀ। ਉਹ ਆਇਆ ਜੀ, ਉਹਨੇ ਆਂਦੇ ਹੀ ਕੁਛ ਨਹੀਂ, ਆ ਨਹੀਂ, ਉਹ ਨਹੀਂ, ਤੁਹਾਡਾ ਚਲਾਨ ਬਣਦਾ। ਮੈਂ ਕਿਹਾ ਜੀ ਕਿਸ ਗੱਲ ਦਾ ਬਣਦਾ? ਆਂਦੇ ਜੀ ਤੁਸੀਂ ਭਾਂਡੇ ਬਾਹਰ ਧੋਂਦੇ ਹੋ। ਮੈਨੂੰ ਇਹ ਦੱਸੋ, ਮੈਂ ਢਾਬਾ ਉਰੇ ਕੀਤਾ 8x8 ਦੀ ਦੁਕਾਨ 'ਚ ਮੈਂ ਢਾਬਾ ਚਲਾਉਂਗਾ ਜਾਂ ਭਾਂਡੇ ਧੋਊਂਗਾ? ਮੈਨੂੰ ਇੱਕ ਗੱਲ ਦੱਸੋ। ਜਦੋਂ ਤੁਸੀਂ ਫੂਡ ਲਾਇਸੈਂਸ ਦਿੱਤਾ ਉਦੋਂ ਮਨਾ ਕਰ ਦਿੰਦੇ ਵੀ ਫੂਡ ਲਾਇਸੈਂਸ ਨਹੀਂ ਦੇਣਾ ਜੀ, ਤੁਹਾਡੀ 8x8 ਦੀ ਦੁਕਾਨ ਹੈ, ਉਦੋਂ ਤਾਂ ਤੁਸੀਂ ਪੈਸੇ ਲੈ ਲਏ। ਅੱਛਾ, ਦੂਜੀ ਗੱਲ, ਹੁਣ ਇੱਥੇ ਅਸੀਂ ਤੁਸੀਂ ਇਹ ਦੇਖ ਰਹੇ ਹੋ, ਇਸ ਏਰੀਆ ਤੇ ਅਸੀਂ ਸਿਟਿੰਗ ਅਰੇਂਜਮੈਂਟ ਕਰਦੇ ਸੀ। ਅੱਜ ਇੱਥੇ ਕੋਈ ਟੇਬਲ ਨਹੀਂ ਹੈ, ਕੁਰਸੀ ਨਹੀਂ ਹੈ। ਮੈਨੂੰ ਇੱਕ ਮਜਬੂਰਨ ਦੁਕਾਨ ਹੋਰ ਲੈਣੀ ਪਈ ਸਿਟਿੰਗ ਅਰੇਂਜਮੈਂਟ ਲਈ। ਮੇਰਾ 12,000 ਰੁਪਏ ਕਿਰਾਇਆ ਹੋਰ ਵੱਧ ਗਿਆ। ਮੈਂ 25,000 ਇਸ ਦੁਕਾਨ ਦਾ ਕਿਰਾਇਆ ਦਿੰਦਾ, 12 ਹੋਰ ਵਧਾਤਾ। ਅੱਜ ਦੀ ਰੇਟ 'ਚ ਇਸ ਮਾਰਕੀਟ 'ਚ 4 ਢਾਬੇ ਹੋਰ ਨੇ, ਸਭ ਦੇ ਟੇਬਲ ਕੁਰਸੀਆਂ ਬਾਹਰ ਨੇ। ਸਿਰਫ ਮੇਰੇ ਤੇ ਨਿਸ਼ਾਨਾ ਉਹਨਾਂ ਨੇ ਸਾਧਿਆ। ਪਰ ਮੈਂ ਇੱਕ ਗੱਲ ਉਹਨਾਂ ਨੂੰ ਸਮਝਾ, ਕਿਸਾਨੀ ਝੰਡੇ ਨਹੀਂ ਲੱਗੇ ਹੋਣੇ ਨਾ ਵੀਰ ਜੀ ਬਿਲਕੁਲ ਕਿਸਾਨੀ ਝੰਡਾ ਦਿਲ 'ਚ ਆ, ਮੇਰੇ ਇੱਥੇ ਲੱਗਾ। ਨਹੀਂ ਲੱਗੇ ਹੋਣੇ ਨਾ, ਉਹਨਾਂ ਦੇ ਨਹੀਂ ਲੱਗੇ। ਉਹ ਤਾਂ ਫਿਰ ਭਾਜੀ ਹੁਣ ਮੇਰੀ ਗੱਲ ਸੁਣੋ, ਮੈਂ ਕਿਸਾਨਾਂ ਦੇ ਨਾਲ ਆ, ਇੱਕ ਛੱਡ ਕੇ 10 ਚਲਾਨ ਕਰ ਲੈਣ। ਕਿਉਂਕਿ ਮੈਂ ਇੱਕ ਚੀਜ਼ ਹੋਰ ਦੇਖੀ, ਜਿਵੇਂ ਉਹਨਾਂ ਨੇ ਮੇਰਾ ਚਲਾਨ ਕੀਤਾ, ਮੈਨੂੰ ਕਿੱਥੋਂ ਫੋਨ ਆਏ। ਮੈਨੂੰ ਜਸ ਬਾਜਵੇ ਵੀਰ ਦਾ ਫੋਨ ਆਇਆ, ਮੈਨੂੰ ਮੋਹਾਲੀਓ ਫੋਨ ਆਏ, ਮੈਨੂੰ ਚੰਡੀਗੜ੍ਹੋਂ ਵੱਖ-ਵੱਖ ਸੈਕਟਰਾਂ ਤੋਂ ਫੋਨ ਆਏ। ਇੱਕ ਸਾਡੀ ਭੈਣ ਅਮਰਿੰਦਰ ਕੌਰ 36 'ਚ ਖੜਦੀ ਆ, ਉਹ ਇੱਥੇ ਹੀ ਆ ਗਈ, ਕਹਿੰਦੀ ਵੀਰ ਤੁਹਾਡੇ ਚਲਾਨ ਦੇ ਪੈਸੇ ਮੈਂ ਭਰੂ। ਮੈਂ ਕਿਹਾ ਨਾ, ਐਦਾਂ ਦਾ ਕੰਮ ਅਸੀਂ ਨਹੀਂ ਕਰ ਸਕਦੇ। ਮੇਰੇ ਪਿਓ ਬੈਠਾ, ਮੇਰਾ ਭਰਾ ਬੈਠਾ, ਵੀ ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਸਾਨੂੰ ਸਪੋਰਟ ਦੀ ਲੋੜ ਹੈ। ਤੂੰ 20 ਰੁਪਏ ਦੀ ਪਾਣੀ ਦੀ ਬੋਤਲ ਖਰੀਦ ਲੈ, ਮੈਂ ਉਹ ਸਪੋਰਟ ਸਮਝਾਂਗਾ, ਪਰ ਮੈਂ ਪੈਸੇ ਨਹੀਂ ਲੈਣੇ। ਸੋ ਇਦਾਂ ਬੜੇ ਫੋਨ ਆਏ। ਪਰ ਮੈਂ ਹੁਣ ਕਹਿੰਦਾ ਉਹ ਮੇਰੇ ਲਈ ਮੈਡਲ ਆ, ਇੱਕ ਛੱਡ ਕੇ 10 ਚਲਾਨ ਕਰ ਲਏ। ਇਹਦਾ ਜਿਹੜਾ ਕੰਮ ਹੈ ਨਾ, ਮੇਅਰ ਰਵੀਕਾਂਤ ਸ਼ਰਮਾ ਦਾ ਕੀਤਾ ਹੋਇਆ, ਕਿਉਂਕਿ ਇਲਾਕੇ ਦਾ ਕਾਉਂਸਲਰ ਵੀ ਹੈ। ਉਹ 10 ਚਲਾਨ ਕਰ ਲਏ। ਪੰਜਾਬ ਹਰਿਆਣਾ ਮੇਰੇ ਨਾਲ ਖੜਾ, ਮੇਰੀਆਂ ਬਾਹਾਂ ਬਣ ਗਈਆਂ, ਮੈਨੂੰ ਹੁਣ ਚਲਾਨਾਂ ਦੀ ਕੋਈ ਟੈਨਸ਼ਨ ਨਹੀਂ। ਤੇ ਇੱਕ ਕਿਸ ਤਰ੍ਹਾਂ ਜਿਹੜਾ ਬਾਈ ਤੁਸੀਂ, ਚਲੋ ਇਹਦਾ ਤੁਸੀਂ ਦੱਸਤਾ, ਚੰਡੀਗੜ੍ਹ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਪ੍ਰੋਟੈਸਟ ਚੱਲਿਆ? ਪਿਛਲੇ ਦਿਨ ਇੱਕ ਜਿਹੜੀ ਹੈਗੀ ਆ ਤੇ ਰਾਜਕੌਰ ਜਿਹੜੀ ਗੱਲ ਇੱਕ ਕੁੜੀ ਆ ਕਿਸਾਨਾਂ ਦੀ, ਉਹਦੇ ਨਾਲ ਧੱਕਾ ਮੁੱਕੀ ਹੁੰਦੀ ਹੈ। ਤੇ ਹੋਰ ਜਿਹੜਾ ਹੈਗਾ ਲਗਾਤਾਰ ਬਾਬੇ ਨੂੰ, ਜਿਵੇਂ ਆਪਾਂ ਕਹੇ ਬਾਬਾ ਲਾਭ ਸਿੰਘ ਨੂੰ 15 ਅਗਸਤ ਨੂੰ ਉਠਾ ਲਿਆ ਜਾਂਦਾ, ਉਹਦੇ ਨਾਲ ਦੇ ਨਜ਼ਰਬੰਦ ਕਰ ਲਿਆ ਜਾਂਦਾ, ਨਾਲ ਦੇ ਨੂੰ ਉਠਾ ਲਿਆ ਜਾਂਦਾ। ਇਹ ਚੀਜ਼ਾਂ ਕਿਵੇਂ ਚੱਲਦੀਆਂ? ਦੇਖੋ ਜਿਹੜਾ ਯੂਟੀ ਹੈ ਨਾ ਜੀ, ਇਹ BJP ਦੇ ਅੰਡਰ ਹੈ ਇਸ ਟਾਈਮ। ਜਿਹੜੀ ਚੰਡੀਗੜ੍ਹ 'ਚ ਉਹਨਾਂ ਨੇ ਦਫਾ 144 ਲਵਾਤੀ ਵੀ ਇੱਥੇ ਕੋਈ ਪ੍ਰੋਟੈਸਟਰ ਖੜੇ ਨਹੀਂ ਹੋ ਸਕਦੇ। ਉਹਨਾਂ ਨੂੰ ਇਹ ਪੁੱਛੋ ਵੀ ਜਦੋਂ ਇਹ ਅਨੁਰਾਗ ਠਾਕੁਰ 1000 ਬੰਦਿਆਂ ਦੀ ਗੱਡੀਆਂ ਦਾ ਕਾਫਲਾ ਲੈ ਕੇ ਇੱਥੋਂ ਹਿਮਾਚਲ ਭਵਨ ਤੋਂ ਨਿਕਲਿਆ ਵਾ, ਉਦੋਂ 144 ਕਿੱਥੇ ਗਈ ਸੀ? ਮੈਂ ਸਿੱਧਾ ਆਪਣੇ ਬਤਨੌਰ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਧਾਰਾ 144 ਲਵਾ ਤਾਂ ਦਿੱਤੀ, ਉਹਦਾ ਪਾਲਣ ਸਿਰਫ ਕਿਸਾਨਾਂ ਨੇ ਹੀ ਕਰਨਾ? ਔਰ ਸਾਡੇ ਵੀਰਾਂ ਨੇ ਫੇਰ ਪਾਲਣ ਕੀਤਾ। ਸਿਰਫ 4 ਬੰਦੇ ਗਏ ਸੀ, 5ਵਾਂ ਬੰਦਾ ਨਾਲ ਨਹੀਂ। ਕਿਰਪਾਲ ਬਾਈ, ਸਰਵੇਸ਼ ਬਾਈ, ਸਾਡੀ ਭੈਣ ਰਾਜਕੌਰ ਤੇ ਸਾਡਾ ਇੱਕ ਕੁਲਦੀਪ ਵੀਰ, ਜਿਨ੍ਹਾਂ ਦੇ ਤੁਸੀਂ ਵੀਡੀਓਜ਼ ਫੋਟੋਜ਼ ਦੇਖੇ ਹੋਣੀ। ਐਦਾਂ ਮੂੰਹ ਬੰਦ ਕਰਤਾ ਵੀ ਇਹ ਨਾਰਾ ਵੀ ਨਾ ਲਾ ਸਕਣ। ਮੂੰਹ ਬੰਦ ਕਰਕੇ ਉਹਨਾਂ ਨੂੰ, ਮਤਲਬ ਇੱਕ ਬੰਦੇ ਨੂੰ 4-4 ਪੁਲਿਸ ਵਾਲਿਆਂ ਨੇ ਮੂੰਹ ਬੰਦ ਕੀਤੇ। ਸਾਡੇ ਕੁਲਦੀਪ ਵੀਰ ਦੇ ਤਾਂ ਉਰੇ ਨਿਸ਼ਾਨ ਵੀ ਪੈ ਗਏ, ਖੂਨ ਆ ਗਿਆ ਉਰੇ। ਚਲੋ ਇਹ ਸਾਰਾ ਹੋ ਗਿਆ। ਜਿਹੜੇ ਰਾਜਕੌਰ ਨਾਲ ਹੋਇਆ, ਕਿਉਂਕਿ ਉਹਨਾਂ ਕੋਲ ਲੇਡੀਜ਼ ਮੁਲਾਜ਼ਮ ਨਹੀਂ ਸੀ, ਉਹਨਾਂ ਨੇ ਰਾਜ ਨੂੰ ਨਹੀਂ ਹੱਥ ਪਾਇਆ। ਪਰ ਜਿਹੜੇ BJP ਦੇ ਗੁੰਡੇ ਸੀਗੇ, ਇੱਕ ਤਾਂ ਇਹਨਾਂ ਦਾ ਸੀਗਾ ਭਾਰਤੀ ਯੁਵਾ ਮੋਰਚਾ ਦਾ ਜਿਹੜਾ ਵਾਈਸ ਪ੍ਰਧਾਨ ਅਰੁਣਦੀਪ ਸਿੰਘ, ਪਹਿਲ ਉੱਥੋਂ ਹੋਈ। ਉਹਨੇ ਸਾਡੀ ਭੈਣ ਨੂੰ ਪਹਿਲਾਂ ਧੱਕਾ ਮਾਰਿਆ। ਜਦੋਂ ਸਾਡੀ ਭੈਣ ਨੂੰ ਧੱਕਾ ਮਾਰਿਆ, ਉਦੋਂ ਇਹਨਾਂ ਦਾ ਇੱਕ ਰਾਮਵੀਰ ਭੱਟੀ ਔਰ ਹੋਰ ਇਹਨਾਂ ਦੇ ਜਿਹੜੇ ਗੁੰਡੇ ਰੱਖੇ ਹੋਏ ਨੇ, ਉਹ ਸਾਰੇ, ਇੱਕ ਆਪਣਾ ਨਿਤਿਨ ਗਿੱਲ ਹੈ, ਸ਼ੈਂਕੀ, ਬਾਪੂ ਧਾਮ ਤੋਂ, ਇਹ ਸਾਰਿਆਂ ਨੇ ਇਹਨੂੰ ਘੇਰਾ ਪਾ ਲਿਆ। ਪਰ ਉਹ ਡਰੀ ਨਹੀਂ। ਉਹ ਸਰਦਾਰਾਂ ਦੀ ਧੀ ਹੈ, ਮਾਈ ਭਾਗੋ ਦੀ ਵਾਰਸ ਹੈ, ਉਹ ਡਰੀ ਨਹੀਂ। ਉਹਨੇ ਇਹਨਾਂ ਦਾ ਪੂਰਾ ਡਟ ਕੇ ਸਾਹਮਣਾ ਕੀਤਾ। ਇੱਕ ਗੱਲ ਹੋਰ ਮੈਂ ਦੱਸਣਾ ਚਾਹਨਾ, ਕਿਉਂਕਿ ਕੁੜੀ ਨੂੰ ਵੇਖ ਕੇ ਸਾਰੇ ਇਕੱਠੇ ਹੋ ਗਏ। ਮੈਂ ਇਕੱਲਾ ਆਉਣਾ ਝੰਡਾ ਲੈ ਕੇ, ਜੇ ਕਹੇ ਕਿ ਮੈਂ ਤਾਂ ਆ ਜਾਓ, 50 ਬੰਦੇ ਆ ਜਾਓ, ਮੈਨੂੰ ਕੋਈ ਦਿੱਕਤ ਨਹੀਂ। ਇਹ ਜਿਹੜੇ ਕੱਛੇ ਧਾਰੀ ਨੇ ਨਾ ਸਾਰੇ, ਇਹ ਸਿਰਫ ਕੁੜੀ ਨੂੰ ਵੇਖ ਕੇ ਹੀ ਅੱਗੇ ਆ ਸਕਦੇ ਨੇ। ਪਾਓ ਹਾਂ ਸਾਡੇ ਜੇ ਪੁਲਿਸ ਅੱਗੇ ਲਿਆਉਂਦੀ, ਜਦੋਂ ਕਿਤੇ ਇਹਨਾਂ ਨੇ ਇਨੋਗ੍ਰੇਸ਼ਨ ਕਰਨਾ ਹੁੰਦਾ, ਕੋਈ ਫੰਕਸ਼ਨ ਕਰਨਾ ਹੁੰਦਾ, ਵੀ ਇੱਥੇ ਕਿਸਾਨ ਨਾ ਆ ਜਾਣ। ਬੇਸਿਕਲੀ ਚੰਡੀਗੜ੍ਹ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਨੇ, ਉਹ ਨਾ ਆ ਜਾਣ। ਜਾਗਦੀ ਜ਼ਮੀਰ ਵਾਲੇ ਉਹ 500 ਪੁਲਿਸ ਦਾ ਇੱਥੇ ਬੈਰੀਕੇਡ ਕਰਾ ਦਿੰਦੇ ਆ ਵੀ ਅੱਗੇ ਨਾ ਆ ਜਾਣ। ਹੁਣ ਆਓ। ਤੇ ਲਗਾਤਾਰ ਬਾਈ ਫਿਰ ਪਰਿਵਾਰ ਦਾ ਕਿਵੇਂ ਸਾਥ ਆ ਤੁਹਾਨੂੰ? ਕਿਉਂਕਿ ਰੋਜੀ ਰੋਟੀ ਤੇ ਵੀ ਡਾਕਾ ਪੈ ਰਿਹਾ, ਲਗਾਤਾਰ ਜਾਣਾ ਪੈਂਦਾ। ਫਿਰ ਐ ਨਹੀਂ ਕਹਿੰਦੇ ਵੀ ਔਖਾ ਕੋਈ? ਦੇਖੋ ਜੀ, ਮੈਨੂੰ ਪਰਿਵਾਰ ਫੁੱਲ ਸਪੋਰਟ ਆ। ਬਾਪੂ ਨੇ ਕੱਢਿਆ ਹੋਇਆ ਵੀ ਪੁੱਤਰ ਤੂੰ ਜਿੱਥੇ ਜਾਣਾ ਲੱਗ, ਤੂੰ ਬਸ ਇਹ ਕੰਮ ਸੰਘਰਸ਼ ਜਾਰੀ ਰੱਖ। ਕਿਉਂ ਖੇਤੀ ਕੀਤੀ ਸੀ? ਖੇਤੀ ਨਹੀਂ ਵੀਰ ਜੀ, ਖੇਤੀ ਨਹੀਂ ਕੀਤੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਜ਼ਮੀਨ ਹੈ ਨਹੀਂ, ਜ਼ਮੀਰਾਂ ਵਾਲੇ ਆ। ਕਿਉਂਕਿ ਇਹ ਸਾਡੀ ਨਾ ਫਸਲਾਂ ਦੀ ਲੜਾਈ ਹੈ, ਨਸਲਾਂ ਦੀ ਲੜਾਈ ਹੈ। ਜੇ ਅੱਜ ਅਸੀਂ ਆਪਣੀ ਫਸਲਾਂ ਨਹੀਂ ਨਾ ਬਚਾਈਆਂ ਤੇ ਨਸਲਾਂ ਆਉਣ ਵਾਲੀਆਂ ਖਰਾਬ ਹੋ ਜਾਣਗੀਆਂ। ਅੱਜ ਆਟਾ 26 ਰੁਪਏ, 27 ਰੁਪਏ, 28 ਰੁਪਏ ਜਾਂ 32 ਰੁਪਏ ਤੱਕ ਰੇਟ ਹੈਗਾ ਜੀ ਕਿਲੋ ਦਾ। ਇਹ 100-150 ਹੋ ਜਾਏਗਾ। ਆਪਾਂ ਨੂੰ ਸਾਰੇ, ਮੈਨੂੰ ਕਈ ਮਿਲਦੇ ਨੇ, ਕਈ ਆਉਂਦੇ ਨੇ, ਯਾਰ ਕੀ ਬਣੂਗਾ? ਮੋਦੀ ਦਾ ਪਿੱਛੇ ਹਟਣ ਵਾਲਾ ਨਹੀਂ, ਮੋਦੀ ਦਾ ਪਿੱਛੇ ਹਟਣ ਵਾਲਾ ਨਹੀਂ। ਮੈਂ ਕਹਿੰਦਾ ਯਾਰ, ਜਦੋਂ ਅਸੀਂ ਗੱਲ ਹੀ ਨਹੀਂ ਕਰਾਂਗੇ, ਅਸੀਂ ਸਵਾਲ ਹੀ ਨਹੀਂ ਪੁੱਛਾਂਗੇ ਮੋਦੀ ਸਰਕਾਰ ਨੂੰ ਵੀ ਇਹ ਤੇਰੇ ਕੋਲ ਕੀ ਪ੍ਰੋਵੀਜ਼ਨ ਹੈ ਵੀ ਤੂੰ ਇਹ ਆਟੇ ਦੀ ਜਾਂ ਕਣਕ ਦੀ ਬਲੈਕ ਰੋਕ ਲੇਗਾ। ਜਦੋਂ ਚੰਦ ਪੂੰਜੀਪਤੀਆਂ ਨੇ ਇਹ ਸਾਰਾ ਅਨਾਜ ਇਕੱਠਾ ਕਰ ਲਿਆ,
ਉਹ ਕਿਵੇਂ ਰੋਕ ਲੈਣਗੇ? ਕੋਈ ਉਹਨਾਂ ਕੋਲ ਸਾਧਨ ਹੈ, ਬਿੱਲ ਤਾਂ ਉਹਨਾਂ ਨੇ ਬਣਾਤੇ, ਕਿਉਂਕਿ ਆਪਣੇ ਬੰਦਿਆਂ ਨੂੰ ਉਹਨਾਂ ਨੇ ਫਾਇਦਾ ਦੇਣਾ, ਪੂੰਜੀਪਤੀਆਂ ਨੂੰ ਫਾਇਦਾ ਦੇਣਾ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ। ਤੁਹਾਡੀ ਗੱਲ ਵਿੱਚ ਆ, ਜਿਹੜੇ ਲੋਕਲ ਲੋਕ ਆ ਚੰਡੀਗੜ੍ਹ ਦੇ ਪੜ੍ਹੇ ਲਿਖੇ ਆ, ਉਹਨਾਂ ਨੂੰ ਫਿਰ ਤੁਸੀਂ ਦੱਸ ਦਿਓ ਕਿ ਵੀ ਜੇਕਰ ਆਪਾਂ ਕਿ ਜ਼ਰੂਰੀ ਵਸਤਾਂ ਦਾ ਆਪਾਂ ਕਿ ਭੰਡਾਰਨ ਵਾਲੇ ਬਿੱਲ ਤੇ ਚਰਚਾ ਕਰ ਲਈ ਜਾਵੇ, ਵੀ ਇਹਦੇ ਨਾਲ ਜਿਹੜਾ ਆਟਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤੂਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਜਾਣੀਆਂ, ਲੋਕ ਸਮਝਦੇ ਆ ਜਾਂ ਹਜੇ ਆਪਾਂ ਨੂੰ ਸਾਡੀ ਕੋਈ ਕਮਿਊਨੀਕੇਸ਼ਨ ਦੀ ਕੋਈ ਆਪਾਂ ਕਿ ਕਮੀ ਰਹਿੰਦੀ ਹੈ? ਦੇਖੋ ਵੀਰ, ਜਿੰਨਾ ਕੁ ਹੁਣ ਇੱਥੇ ਚੰਡੀਗੜ੍ਹ 'ਚ ਹੁੰਗਾਰਾ ਮਿਲਦਾ ਪਿਆ ਨਾ, ਕਾਫੀ ਹੱਦ ਤੱਕ ਜਨਤਾ ਜਾਗ ਚੁੱਕੀ ਹੈ, ਕਿਉਂਕਿ ਅਸੈਂਸ਼ੀਅਲ ਕਮੋਡਿਟੀ ਨਾਲ ਛੇੜਛਾੜ, ਮਤਲਬ ਸਾਰੀ ਚੀਜ਼ਾਂ ਮਹਿੰਗੀਆਂ, ਜਿਹੜੀ ਸਾਨੂੰ ਅਸੈਂਸ਼ੀਅਲ ਹੈ, ਜਿਹੜੀ ਸਾਨੂੰ ਲੋੜ ਹੈ। ਸਿੱਧਾ ਐਗਜ਼ਾਮਪਲ ਹੈ ਸਰੋਂ ਦਾ ਤੇਲ, ਸਿੱਧਾ ਐਗਜ਼ਾਮਪਲ ਹੈ ਰਿਫਾਈਨਡ। ਸੋ ਇਹਦੇ ਵਿੱਚ ਅੱਜ ਜਨਤਾ ਕਾਫੀ ਹੱਦ ਤੱਕ, ਚੰਡੀਗੜ੍ਹ ਦੀ ਜਨਤਾ ਜਾਗ ਚੁੱਕੀ ਹੈ, ਸਾਨੂੰ ਪੂਰੀ ਸਪੋਰਟ ਹੁੰਦੀ ਹੈ। ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ, ਜਦੋਂ ਮੇਰੇ ਇੱਥੇ ਚਲਾਨ ਹੋਇਆ ਮੈਨੂੰ ਬੜੇ ਕਾਲ ਆਈਆਂ, ਮੈਂ ਸਾਰਾ ਦਿਨ ਕਾਲ ਹੀ ਚੱਕਦਾ ਰਿਹਾ। ਸੋ ਬੜੀਆਂ ਕਾਲ ਆਈਆਂ, ਜਿੱਦਾਂ ਕਿ ਸਾਡੀ ਭੈਣ ਨੂੰ ਵੀ ਹੁਣ ਕੱਲ ਪਰਸੋਂ ਇਹਨਾਂ ਨੇ ਕੀਤਾ ਨਾ, ਮੈਂ ਸਿੱਧਾ ਕਹਿ ਰਿਹਾ, ਜੇ 22 ਤਰੀਕ ਤੱਕ, ਕਿਉਂਕਿ ਰੱਖੜੀ ਦਾ ਤਿਉਹਾਰ ਹੈ, ਸ਼ਹਿਰ ਆਪਾਂ ਸ਼ਹਿਰ 'ਚ ਲੋ ਐਂਡ ਆਰਡਰ ਮੇਨਟੇਨ ਕਰਨਾ, ਅਸੀਂ ਆਪਣੇ ਸ਼ਹਿਰ ਦੀ ਸੋਚ ਕੇ ਚੱਲਣੀ। ਰੱਖੜੀ ਤੱਕ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਕਰ ਲੇ, ਬਣਦੀ ਕਾਰਵਾਈ ਕਰ ਲੇ, ਉਸ ਤੋਂ ਬਾਅਦ ਫਿਰ ਆਪਾਂ ਚਰਾਹੇ ਸਾਰੇ ਜਾਵਾਂਗੇ। ਧੰਨਵਾਦ। ਥੈਂਕ ਯੂ ਜੀ। ਸੋ ਇਹ ਬਾਈ ਜਿਹੜਾ ਕਿ ਜਿਹਦੇ ਕੋਲੇ ਜ਼ਮੀਨ ਨਹੀਂ ਪਰ ਜ਼ਮੀਰ ਆ, ਲਗਾਤਾਰ 22D ਦੀ ਮਾਰਕੀਟ ਦੇ ਵਿੱਚ ਬਾਈ ਦੀ ਜਿਹੜਾ ਹੈਗਾ ਛੋਟਾ ਜਿਹਾ ਢਾਬਾ ਸਰਦਾਰ ਜੀ ਢਾਬੇ ਤੇ ਕਦੇ ਆਉਂਦੇ ਜਾਂਦੇ ਚੰਡੀਗੜ੍ਹ ਦੇ ਵਿੱਚ ਬਾਈ ਦਾ ਹੌਸਲਾ ਵੀ ਵਧਾ ਕੇ ਜਾਇਓ। ਸੋ ਇੱਕ ਤਰ੍ਹਾਂ ਦਾ ਜਿਹੜਾ ਕਿਸਾਨੀ ਅੰਦੋਲਨ ਆ, ਕੋਈ ਦਿੱਲੀ ਦੀਆਂ ਬਰੂਹਾਂ ਤੋਂ ਲੈ ਕੇ ਤਾਮਿਲਨਾਡੂ, ਇੱਥੋਂ ਆਪਾਂ ਕਹੀਏ ਪੱਛਮੀ ਬੰਗਾਲ, ਯੂਪੀ ਤੇ ਹਰ ਥਾਂ ਤੇ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ। ਲਗਾਤਾਰ ਲੋਕ ਆ ਜਿਹੜੇ ਜਾਗਰੂਕ ਹੋ ਰਹੇ ਆ। ਕੋਈ ਹੁਣ ਪਿੰਡਾਂ ਦੀ ਲੜਾਈ ਨਹੀਂ ਰਹੀ, ਕਸਬਿਆਂ ਦੀ ਲੜਾਈ ਨਹੀਂ ਰਹੀ, ਜਿਹੜੇ ਹੈਗਾ ਆਪਾਂ ਕਿ ਮੈਟਰੋ ਸ਼ਹਿਰ ਆ ਉਹਨਾਂ ਦੇ ਵਿੱਚ ਵੀ ਲੋਕ ਆ ਜਿਹੜੇ ਹੁਣ ਜਾਗ ਉੱਠਿਆ, ਤੇ ਬੜੀ ਜਲਦੀ ਆਪਾਂ ਜਿਹੜਾ ਅੰਦੋਲਨ ਜਿੱਤਾਂਗੇ। ਤੇ ਜਿਹੜੇ ਹਮੇਸ਼ਾ ਸਵਾਲ ਕਰਦੇ ਰਹਿੰਦੇ ਆ ਬਾਈ ਕੀ ਬਣੂ, ਉਹਨਾਂ ਨੂੰ ਸਿਰਫ ਇਹੀ ਕਹਿਣਾ ਵੀ ਬਣਨਾ ਉਹਦੇ ਜਿੱਦੇ ਤੁਸੀਂ ਆਪਦੇ ਘਰਾਂ 'ਚ ਉੱਠ ਕੇ ਸੜਕਾਂ ਤੇ ਆ ਕੇ ਕਿਸਾਨਾਂ ਦੇ ਨਾਲ ਖੜ ਕੇ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।